धन्यवाद। असीं जी आया कहने आ। किसान मजदूर एकता, संयुक्त किसान मोर्चा। मेरे वालों ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵੈਲਕਮ ਟੂ ਨਿਊ ਬਲੌਗ। ਕਿਵੇਂ ਹੋ ਸਾਰੇ? ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਅੱਜ ਆਪਣੇ ਮਲੋਹ ਮੰਡੀ 'ਚ ਪ੍ਰੋਗਰਾਮ ਰੱਖਿਆ ਕਿਸਾਨਾਂ ਦੀ ਜਿੱਤ ਦੀ ਖੁਸ਼ੀ 'ਚ, ਤੇ ਉਹਦੇ ਸੰਬੰਧ 'ਚ ਇਕੱਠਾ ਪ੍ਰੋਗਰਾਮ ਆ ਬਹੁਤ ਵੱਡਾ। ਉੱਥੇ ਸਾਰੇ ਏਰੀਏ ਦਾ, ਮਲੋਹ ਏਰੀਏ ਦਾ, ਆਪਾਂ ਵੀ ਉੱਥੇ ਜਾਣਾ ਤੇ ਹੋ ਜਾਈਏ ਤਿਆਰ। ਤੇ ਬਾਕੀ ਬਲੌਗ 'ਚ ਐਂਡ ਤੱਕ ਬਣੇ ਰਹੋ। ਬਲੌਗ ਪੂਰਾ ਘੈਂਟ ਆ, ਠੀਕ ਆ, ਵਧੀਆ ਬਲੌਗ ਹੋਊ। ਤੇ ਆਪਾਂ ਹੋ ਜਾਈਏ ਤਿਆਰ। ਬਾਕੀ ਉੱਥੇ ਹੀ ਮਿਲਦੇ ਆ ਹੁਣ ਮੰਡੀ 'ਚ ਜਾ ਕੇ ਮਲੋਹ ਸਿੱਧਾ, ਠੀਕ ਹੈ ਜੀ। ਹਾਂਜੀ, ਆਪਾਂ ਮਲੋਹ ਪਹੁੰਚ ਗਏ। ਮਲੋਹ ਮੰਡੀ 'ਚ ਪਿੱਛੇ ਸਪੀਕਰ ਲੱਗੇ ਹੋਏ ਨੇ, ਉਹਦੇ ਕਰਕੇ ਮੇਰੀ ਆਵਾਜ਼ ਘੱਟ ਸੁਣਦੀ ਹੋਊਗੀ। ਤੇ ਪ੍ਰੋਗਰਾਮ ਚੱਲ ਪਿਆ। ਉਧਰ ਪੰਡਾਲ ਲੱਗਿਆ, ਸਾਰੇ ਪੰਡਾਲ 'ਚ ਬੈਠੇ ਨੇ, ਤੇ ਇੱਧਰ ਗੱਡੀਆਂ, ਮੋਟਰਸਾਈਕਲ ਤੇ ਟਰੈਕਟਰਾਂ ਤੇ ਆ ਗਏ। ਮਾਨਯੋਗ ਰਮਿੰਦਰ ਸਿੰਘ ਪਟਿਆਲਾ। ਚਲੋ ਚੱਲਦੇ ਆ, ਆਪਾਂ ਵੀ ਬਹਿ ਕੇ ਸੁਣਦੇ ਆ। ਬਾਕੀ ਨਾਲ ਦੀ ਨਾਲ ਬਲੌਗ ਬਣਾਵਾਂਗੇ। ਤੇ ਮਾਹੌਲ ਪੂਰਾ ਐਨ ਵਧੀਆ ਹੋਇਆ ਪਿਆ। ਉਚੇਚੇ ਤੌਰ ਤੇ ਅਸੀਂ ਉਹਦੇ ਮਗਰ ਉਧਰ ਟਰਾਲੀਆਂ ਆ ਰਹੀਆਂ ਨੇ, ਪਿੰਡਾਂ ਚੋਂ ਆ ਰਹੇ ਨੇ, ਤੇ ਕਾਫੀ ਇਕੱਠ ਹੋ ਗਿਆ। ਠੀਕ ਆ, ਬਹੁਤ ਹੀ ਸਤਿਕਾਰਯੋਗ ਸਾਡੇ ਮੁਖੀ ਆਏ ਨੇ। ਬਹੁਤ ਬਹੁਤ ਧੰਨਵਾਦ ਹੈ ਕਿਸਾਨ ਵੀਰਾਂ ਵੱਲੋਂ ਇਹਨਾਂ ਦਾ। ਮੈਂ ਗੱਲ ਕਰ ਰਿਹਾ ਸੀ ਆਪਣੇ ਲੀਡਰਾਂ ਦੀ ਕਿ ਇਹਨਾਂ ਕੋਲ ਖੈਰ ਨਹੀਂ। ਇਹਨਾਂ ਦੇ ਸਾਰਿਆਂ ਨੇ, ਜਿੰਨੀਆਂ ਪਾਰਟੀਆਂ ਨੇ, ਆਪਣੇ ਪੈਰੀ ਵੀ ਹੱਥ ਲਾਉਣਾ, ਆਪਣੀਆਂ ਮਿਹਨਤਾਂ ਵੀ ਕਰਨੀਆਂ ਨੇ। ਜਾਂ ਫਾਰਮ ਬਣਾ ਲਏ, ਇਹ ਗਰਾਂਡਾਂ ਤੋਂ ਹੀ ਬਣਦੇ ਨੇ। ਜੇ ਆਪਾਂ ਦੀਆਂ ਗਲੀਆਂ ਬਣਾਉਂਦੇ ਨਾ, ਇਹ ਉਹਨਾਂ 'ਚ ਪਹਿਲਾ ਹਿੱਸੇ ਇਹਨਾਂ ਦੇ ਨੇ। ਇਹਨਾਂ ਦੇ ਤਾਂ ਹੀ ਫਾਰਮ ਬਣ ਜਾਂਦੇ ਨੇ। ਇਹ ਆਪਾਂ ਨੂੰ ਨਹੀਂ ਕੋਈ ਗਲੀਆਂ ਬਣਾਉਣ ਵਾਸਤੇ ਪੈਸੇ ਦਿੰਦੇ, ਇਹ ਆਪਣੇ ਢਿੱਡ ਵਾਸਤੇ ਪੈਸੇ ਆਪਾਂ ਦਿੰਦੇ, ਕਿਉਂਕਿ ਕੋਈ ਕੰਮ ਕਰਨਗੇ ਤਾਂ ਹੀ ਇਹਨਾਂ ਦਾ ਘਰ ਪੂਰਾ ਹੋਊਗਾ ਨਾ। ਇਸ ਕਰਕੇ ਜਿੰਨਾ ਚਿਰ ਚੋਰ ਬਾਜ਼ਾਰੀ ਬੰਦ ਨਹੀਂ ਹੁੰਦੀ, ਆਪਣਾ ਏਕਾ ਨਹੀਂ ਹੁੰਦਾ, ਤੁਹਾਡੇ ਪੱਲੇ ਕੁਛ ਨਹੀਂ ਪੈਣਾ। ਆਉਂਦੀਆਂ ਨੇ ਸਰਕਾਰਾਂ ਕਰਜ਼ਾ ਚੜਾ ਕੇ, ਜਿਹੜੀ ਸਰਕਾਰ ਆਉਂਦੀ ਏ ਉਹ 100 ਕਰੋੜ ਦਾ ਚੜਾ ਕੇ ਜਾਂਦੀ ਹੈ। ਉਹ ਕਰਜ਼ਾ ਆਪਣੇ ਸਿਰ ਹੈ। ਆਪਾਂ ਨੂੰ ਦੇਤੀਆਂ 5 ਕਿਲੋ ਕਣਕ ਦੇਤੀ, 2000 ਰੁਪਈਆ ਦੇਤਾ, ਹੁਣ 1000 ਰੁਪਈਆ ਬੀਬੀਆਂ ਨੂੰ ਦੇਣਾ ਹੈ। ਆਪਾਂ ਇਹ ਚੀਜ਼ਾਂ ਦੇ ਮਗਰ, ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਸਾਨੂੰ ਸਾਡੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ। ਸਾਨੂੰ ਬਿਮਾਰੀਆਂ ਵਾਸਤੇ ਜਿਹੜੇ ਹਸਪਤਾਲ ਨੇ ਵਧੀਆ ਚਾਹੀਦੇ ਨੇ, ਇਲਾਜ ਵਧੀਆ ਚਾਹੀਦੇ ਨੇ। ਸਾਡੇ ਬੱਚਿਆਂ ਦੀ ਪੜ੍ਹਾਈ ਵਧੀਆ ਚਾਹੀਦੀ ਸਰਕਾਰੀ ਸਕੂਲਾਂ 'ਚ। ਸਾਨੂੰ ਸਰਕਾਰੀ ਸਕੂਲਾਂ ਦੀ ਲੋੜ ਹੈ, ਵਧੀਆ ਹਸਪਤਾਲਾਂ ਦੀ ਲੋੜ ਹੈ, ਵਧੀਆ ਡਾਕਟਰਾਂ ਦੀ ਲੋੜ ਹੈ। ਸਾਨੂੰ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ ਚਾਹੀਦੀਆਂ ਵੀ 5 ਕਿਲੋ ਕਣਕ ਦੇਤੀ ਮਹੀਨੇ ਦੀ, 1000 ਰੁਪਈਆ ਦੇਤਾ। ਇਹ ਤੇ ਆਪਾਂ ਨੂੰ ਇੱਕ ਸੀਸੀ 'ਚ ਕੱਢ ਲੈਂਦੇ ਨੇ 1000 ਰੁਪਈਆ ਦਵਾਈ ਦੀ 'ਚ। ਇਹ ਚੀਜ਼ਾਂ ਸਰਕਾਰਾਂ ਨੂੰ ਚਾਹੀਦੀਆਂ ਨੇ। ਇਹ ਐਲਾਨ ਕਰੋ ਐਲਾਨ ਆ ਕੇ, ਕਸਮਾਂ ਖਾ ਕੇ ਵੀ ਅਸੀਂ ਰਿਸ਼ਵਤ ਨਹੀਂ ਖਾਵਾਂਗੇ, ਨਹੀਂ ਲੈਣ ਦੇਵਾਂਗੇ। ਇੱਕ ਹਫ਼ਤੇ 'ਚ ਰਿਸ਼ਵਤ ਬੰਦ ਹੋ ਜਾਂਦੀ ਹੈ ਜੇ ਸਰਕਾਰ ਕਦੀ ਚਾਹੇ। ਕੱਲਾ ਮੁੱਖ ਮੰਤਰੀ ਇਮਾਨਦਾਰ ਆ ਜਾਵੇ, ਕਿਸੇ MLA ਦੀ ਹਿੰਮਤ ਨਹੀਂ ਵੀ ਕੋਈ ਪੈਸਾ ਖਾ ਦੇਵੇ। ਕੱਲਾ ਮੁੱਖ ਮੰਤਰੀ ਇਮਾਨਦਾਰ ਆ ਜਾਵੇ, ਕਿਸੇ ਦੀ ਹਿੰਮਤ ਨਹੀਂ। ਪਹਿਲਾਂ ਮੁੱਖ ਮੰਤਰੀ ਰਿਸ਼ਵਤ ਖਾਂਦਾ, ਫਿਰ MP, ਫਿਰ MLA, ਫਿਰ ਪੁਲਿਸ ਵਾਲੇ, ਫਿਰ ਪੁਲਿਸ ਵਾਲੇ ਤੇ ਇਹਨਾਂ ਦੇ ਨਾਲ ਰਲ ਕੇ ਫਿਰ ਤਹਿਸੀਲਾਂ 'ਚ ਕਿੰਨੀ ਜੱਟਾਂ ਦਾ ਗਲ ਵੱਢਿਆ ਜਾਂਦਾ ਹੈ। ਇਹ ਕਿਹਦਾ ਕੰਮ ਹੈ? ਇਹ ਸਰਕਾਰ ਦਾ ਕੰਮ ਹੈ। ਇਹ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ। ਆਪਾਂ ਇਹਨਾਂ ਦੀ ਝਾਂਸਾ 'ਚ ਨਹੀਂ ਆਉਣਾ। ਥੋੜੇ ਚਿਰ ਬਾਅਦ ਕਵਿਤਾ ਲਾਉਣੀ ਸੀ, ਇੱਕ ਹੁਕਮ ਹੋਇਆ, ਪਰ ਲਾਵਾਂਗੇ ਸਾਥੀ ਆ ਜਾਵੇ, ਇਸ ਕਰਕੇ ਥੋੜਾ ਟਾਈਮ ਸੀ। ਟਿੱਬੀ ਸਾਹਿਬ, ਕਾਮਰੇਡ ਟਿੱਬੀ ਸਾਹਿਬ ਵੀ ਸਾਡੇ ਦਰਮਿਆਨ ਸ਼ਾਮਲ ਹੋਏ ਆ। ਉਹਨਾਂ ਦਾ ਵੀ ਮਲੋਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਥੇ ਆਉਣ ਤੇ ਹਾਰਦਿਕ ਸਵਾਗਤ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ, ਇਹ ਤੈਅ ਕਰੇਗੀ ਕਿ ਸਾਡਾ ਭਵਿੱਖ ਕੀ ਹੈ। ਕਿਸਾਨਾਂ, ਮਜ਼ਦੂਰਾਂ, ਆਮ ਲੋਕਾਂ ਦਾ ਭਵਿੱਖ ਅੱਜ ਦੀ ਇਸ ਮੀਟਿੰਗ ਦੇ ਉੱਤੇ ਟਿਕਿਆ ਹੋਇਆ ਹੈ, ਜਿਹਦੇ ਵਿੱਚੋਂ ਕੇਂਦਰ ਦੀ ਸਰਕਾਰ ਨੂੰ ਬੁਰੀ ਤਰ੍ਹਾਂ ਨਾਲ ਝੁਕਾਉਣ ਤੋਂ ਬਾਅਦ
ਪੰਜਾਬ ਦੀ ਸਰਕਾਰ ਨਾਲ ਕਿਸ ਰਣਨੀਤੀ ਤੇ ਗੱਲਬਾਤ ਹੋਣੀ ਹੈ, ਉਹਦੇ ਦੇ ਸਬੰਧ ਦੇ ਵਿੱਚ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਵਿਖੇ ਮੁੱਲਾਪੁਰ ਵਿਖੇ ਹੋਣ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਮੀਟਿੰਗ, ਜਿਹਦੇ ਵਿੱਚ ਸਾਡੇ ਵੱਡੇ ਆਗੂਆਂ ਨੇ ਭਾਗ ਲੈਣਾ ਹੈ ਤੇ ਉਹ ਆਗੂ ਸਾਡੇ ਕੋਲ ਸਾਡੇ ਛੋਟੇ ਜਿਹੇ ਸੁਨੇਹੇ ਤੇ ਇੱਥੇ ਪਹੁੰਚੇ ਆ। ਸਾਨੂੰ ਉਹਨਾਂ ਨੇ ਬਹੁਤ ਮਾਣ ਬਖਸ਼ਿਆ ਇੱਥੇ ਪਹੁੰਚ ਕੇ, ਸੋ ਉਹਨਾਂ ਨੂੰ ਉੱਥੇ ਜਾਣਾ ਅਤੀ ਲੋੜੀਂਦਾ, ਅਤੀ ਜ਼ਰੂਰੀ ਹੈ। ਇਸ ਲਈ ਮੈਂ ਪਹਿਲਾਂ ਬੇਨਤੀ ਕਰੂੰਗਾ, ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਰਮਿੰਦਰ ਸਿੰਘ ਜੀ ਪਟਿਆਲਾ, ਬਹੁਤ ਰੋਸ਼ਨ ਦਿਮਾਗ, ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਲਗਾਤਾਰ ਦਿੱਲੀ ਰਹਿ ਕੇ ਆਪਣਾ ਕੰਮ ਉਸ ਬਖੂਬੀ ਤਰੀਕੇ ਨਾਲ ਨਿਭਾਇਆ ਹੈ, ਜੋ ਕਿ ਬਹੁਤ ਕਾਬਲੇ ਤਾਰੀਫ ਹੈ। ਇਹ ਦਿਮਾਗ, ਇਹ ਗੱਲਬਾਤ ਜਿਹਨੂੰ ਅਸੀਂ ਇੱਥੇ ਸੁਣਨ ਲਈ ਆਏ ਹਾਂ, ਸਾਡੇ ਸਿੱਖਣ ਦਾ ਸਵਾਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਲੜਾਈ ਪੰਜਾਬ ਦੀ ਸਰਕਾਰ ਤੱਕ, ਕੇਂਦਰ ਦੀ ਸਰਕਾਰ ਤੱਕ ਆਪਣੀ ਹੱਕਾਂ ਦੀ ਪ੍ਰਾਪਤੀ ਲਈ ਅੱਗੇ ਵਧਣੀ ਹੈ, ਉਹ ਕਿਰਤੀ ਕਿਸਾਨ ਯੂਨੀਅਨ ਤੁਹਾਡੇ ਰੂਬਰੂ ਹੋਣਗੇ। ਸੋ ਹੁਣ ਬਿੱਟੂ ਖੰਨੇਵਾਲਾ ਜੀ ਮੈਨੂੰ ਲੱਗਦਾ ਮੇਰੇ ਤੋਂ ਪਹਿਲਾਂ ਗੱਲ ਕਰਨਗੇ ਜੀ। हेलो किसान मजदूर एकता जिंदाबाद, किसान मजदूर एकता जिंदाबाद। ਸਾਡੇ ਦਰਮਿਆਨ ਕਾਮਰੇਡ ਗੁਰਮੀਤ ਸਿੰਘ ਜੀ ਛੱਜੂ ਭੱਟ, ਸੂਬਾ ਕਮੇਟੀ ਮੈਂਬਰ ਪਹੁੰਚੇ ਹੈ। ਉਹਨਾਂ ਨੂੰ ਵੀ ਨਿੱਘੀ ਜੀ ਖੁਸ਼ ਆਮਦੀਦ ਆਖਦੇ ਹੈ। ਮਾਨਯੋਗ ਸਰਦਾਰ ਮਨਜੀਤ ਸਿੰਘ ਜੀ ਰਾਏ ਭਾਰਤੀ ਕਿਸਾਨ ਯੂਨੀਅਨ ਦੇ ਦੁਆਬਾ ਤੋਂ ਉਹ ਵੀ ਪਹੁੰਚਣ ਵਾਲੇ ਆ। ਉਹਨਾਂ ਨੇ ਵੀ ਆਪਣੇ ਸਾਡੇ ਰੂਬਰੂ ਹੋ ਕੇ ਮੀਟਿੰਗ ਦੇ ਵਿੱਚ ਪਹੁੰਚਣਾ ਹੈ। ਬੇਨਤੀ ਕਰਾਂ ਮਾਨਯੋਗ ਹਰਮਿੰਦਰ ਪਟਿਆਲਾ ਜੀ, ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਆਓ ਜੀ। ਚ ਬੈਠੇ ਭੈਣੋ ਭਰਾਵੋ, ਮੰਚ ਤੇ ਬੈਠੇ ਸਤਿਕਾਰਯੋਗ ਆਗੂ ਸਾਹਿਬਾਨ, ਫਤਿਹ ਦੀ ਸਾਂਝ ਪਾਉਂਦੇ ਆ। ਗੱਜ ਵੱਜ ਕੇ ਜਵਾਬ ਦਿਓ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਹਾਈ ਟੀਮ ਚ ਬੱਤੀਆਂ ਦਾ ਵੀ ਅਹਿਮ ਪਾਰਟ ਆ ਤੇ ਐਸਕੇਐਮ ਦਾ ਵੀ ਆ। ਅੱਜ ਬੱਤੀ ਜਥੇਬੰਦੀਆਂ ਦੀ ਮੀਟਿੰਗ ਇਸ ਕਰਕੇ ਸਾਰੀ ਇਹ ਖੁਦੀ ਜੀ ਚੱਲ ਰਹੀ ਹੈ ਕਿ ਬਹੁਤ ਜ਼ਰੂਰੀ ਅਰਕਸ਼ਲੀ ਕੀ ਅਰਕ ਦੀ ਨੇ ਚੱਕਣੇ ਤਰ੍ਹਾਂ ਚੱਕਣ ਦਾ ਵੀਰੇ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਸ ਸ਼ਾਨਦਾਰ ਵਿਰਾਸਤ ਸੰਘਰਸ਼ ਨੂੰ ਤੁਸੀਂ ਪਟਿਆਲਾ ਸਾਹਿਬ ਦੇ ਵਿਚਾਰ ਸੁਣੇ ਨੇ। ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਇੱਕ ਪੈਸੇ ਦਾ ਹਿਸਾਬ ਓਟਿਆਂ ਤੇ ਯਾਦ ਰੱਖਿਆ ਤੇ ਸਟੇਜ ਤੋਂ ਅਨਾਉਂਸ ਕੀਤਾ। ਬੜੇ ਸੋਝੇ ਹੋਏ ਨੇ, ਪਰ ਅੱਜ 32 ਕਿਸਾਨ ਜਥੇਬੰਦੀਆਂ ਨੇ ਜਿਹੜੀ ਮੈਂ ਤਿਆਰ ਪਰ ਤਿਆਰ ਰਿਹਾ ਕਰੋ ਮੇਰੇ ਵੀਰੋ। ਜਿਵੇਂ ਸਾਥ ਦਿੱਲੀ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ ਜਾਂ ਗਾਜੀਪੁਰ ਮਿਲਿਆ, ਇਸ ਤਰ੍ਹਾਂ ਹੀ ਸਾਥ ਮਿਲਦਾ ਰਿਹਾ ਤਾਂ ਉਹ ਦਿਨ ਵੀ ਦੂਰ ਨਹੀਂ। ਇਹ ਜਿਹੜੀਆਂ ਜਿੱਤਾਂ ਨੇ ਆਪਣੀ ਝੋਲੀ ਪੈਣਗੀਆਂ। ਦੇਖੋ, ਜਿਵੇਂ ਆਪਾਂ ਹਜੇ ਮੁੜ ਕੇ ਸਿੰਘੂ ਬਾਰਡਰ ਤੋਂ ਪੰਜਾਬ ਵਿੱਚ ਆਏ ਨਹੀਂ ਸੀ, ਇਹ ਟੋਲ ਪਲਾਜ਼ਿਆਂ ਨੇ ਕੀ ਕੀਤਾ, ਦੁੱਗਣੇ ਰੇਟ ਤੇ ਲਿਸਟਾਂ ਲਾਤੀਆਂ। ਇਹ ਵੀ ਇੱਕ ਤੁਹਾਡੀ ਜਿੱਤ ਹੈ ਕਿ ਉਹਨਾਂ ਨੂੰ ਉੱਥੇ ਹੀ ਤੁਸੀਂ ਠੱਲ ਪਾਤੀ ਆ। ਕਿਉਂਕਿ ਜੇ ਅੱਜ ਅਸੀਂ ਇਕੱਠੇ ਆ ਨਾ, ਸਾਡੀ ਜਿੱਤ ਪੈਰ ਛੂਹ ਰਹੀ ਹੈ। ਜੇ ਅਸੀਂ ਇਕੱਲੇ ਤਾਂ ਅਸੀਂ ਜਿੱਤ ਦੇ ਪਿੱਛੇ ਭੱਜੇ ਫਿਰਦੇ ਹਾਂ, ਜਿੱਤ ਸਾਨੂੰ ਡਾਹ ਨਹੀਂ ਦੇ ਰਹੀ। ਸੋ ਅੱਜ ਸਾਨੂੰ ਏਕੇ ਵਿੱਚ ਬਰਕਤ ਹੈ ਵੀ ਜਿਸ ਤਰ੍ਹਾਂ ਦਿੱਲੀ ਸਾਥ ਦਿੱਤਾ ਹੈ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਿਤੇ ਲੋੜ ਪੈਂਦੀ ਹੈ ਵੱਧ ਚੜ ਕੇ ਹਿੱਸਾ ਪਾਉਣਾ। ਹੁਣ ਮੈਂ ਬੇਨਤੀ ਕਰੂੰਗਾ, ਸਾਡੇ ਬਹੁਤ ਹੀ ਬਜ਼ੁਰਗਾਂ ਬਰਾਬਰ ਪੁਰਾਣੇ ਲੀਡਰ ਬੈਰੂ ਸਾਹਿਬ ਜੀ ਬੈਠੇ ਨੇ। ਪਹਿਲਾਂ ਤਾਂ ਉਹ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨਾਂ, ਮਜ਼ਦੂਰਾਂ, ਦੇਸ਼ ਵਾਸੀਆਂ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸਾਰੇ ਐਸੇ ਕਾਨੂੰਨ ਬਣਾਏ ਜਿਹੜੇ ਲੋਕ ਵਿਰੋਧੀ ਸਨ। ਲੋਕ ਇਕੱਠੇ ਨਹੀਂ ਸੀ, ਜੇ ਇਕੱਠੇ ਹੋਏ ਸੀ ਲੋਕ ਲੜਦੇ ਰਹੇ। ਕਿਸਾਨ ਯੂਨੀਅਨਾਂ ਬਣਦੀਆਂ ਰਹੀਆਂ, ਕਿਸਾਨ ਯੂਨੀਅਨਾਂ ਟੁੱਟਦੀਆਂ ਰਹੀਆਂ, ਪਰ ਲੜਾਈ ਦੇ ਦਰਮਿਆਨ ਵੀ ਮਸਲੇ ਹੱਲ ਹੋਣ ਦੀ ਬਜਾਏ ਮਸਲੇ ਉਲਝਦੇ ਗਏ। ਜੋ ਭਾਰਤ ਦੇਸ਼ ਦੁਨੀਆ ਵਿੱਚ ਪਛਾਣ ਰੱਖਦਾ ਹੈ ਉਹ ਪਿੰਡਾਂ ਦਾ ਦੇਸ਼ ਹੈ। ਆਪਾਂ ਜਿੱਥੇ ਬੈਠੇ ਆ, ਜਿਹਨੂੰ ਪੰਜਾਬ ਕਹਿੰਦੇ ਨੇ, ਇਹ ਖੇਤੀ ਪ੍ਰਧਾਨ ਸੂਬਾ ਜਾਣਿਆ ਜਾਂਦਾ ਹੈ। ਸਾਡਾ 80% ਲੋਕਾਂ ਦਾ ਕਾਰੋਬਾਰ ਖੇਤੀਬਾੜੀ ਹੈ। ਖੇਤ 'ਚ ਰੜਕ ਰਿਹਾ ਸੀ ਜਿਹੜਾ ਭੂਮੀ ਗ੍ਰਹਿਣ ਬਿੱਲ 1894 ਵਾਲਾ ਆਪਾਂ ਸੋਧ ਕੇ 2013 ਵਿੱਚ ਬਣਵਾਇਆ। ਉਹ ਕਾਰਪੋਰੇਟ ਘਰਾਣਿਆਂ ਦਾ ਰਾਹ ਪੱਧਰਾ ਕਰਨ ਲਈ ਉਹਨੂੰ ਖਤਮ ਕਰਨ ਦੇ ਹੱਲੇ ਬੋਲੇ, ਪਰ ਆਪਾਂ ਲੋਕ ਤਗੜੇ ਹੋਏ, ਆਪਾਂ ਉਹਨੂੰ ਆਚ ਨਹੀਂ ਆਉਣ ਦਿੱਤੇ। ਤੇ ਆ ਹੁਣ ਜਿਹੜਾ 5 ਜੂਨ ਨੂੰ ਆਪਣੇ ਮੌਤ ਦੇ ਬ੍ਰੰਟ ਤੇ ਹੁਣ ਮੈਂ ਕਾਲੇ ਕਾਨੂੰਨ ਤਾਂ ਨਹੀਂ ਕਹਿੰਦਾ, ਨਹੀਂ ਜਦੋਂ ਰਾਖ ਹੀ ਹੋ ਗਈ, ਜਦੋਂ ਆਪਾਂ ਜਿੱਤ ਹੀ ਗਏ। ਪਰ ਇਹ ਬਹੁਤ ਵੱਡਾ ਹਮਲਾ ਸੀ, ਕਿਸਾਨ ਤੇ ਨਹੀਂ ਸੀ, ਮਜ਼ਦੂਰਾਂ ਤੇ ਸੀ, ਛੋਟੇ ਕਾਰੋਬਾਰੀਆਂ ਤੇ ਸੀ। ਆ ਮੰਡੀ ਸਿਸਟਮ ਖਤਮ ਸੀ ਤੇ ਅਸੀਂ ਲੋਕ ਬਹੁਤ ਧੜਿਆਂ ਵਿੱਚ ਵੰਡੇ ਹੋਏ ਸੀ। ਜਦੋਂ ਇਹ ਹਮਲਾ ਹੋਇਆ 2-4 ਹਫ਼ਤੇ ਅਸੀਂ ਕੱਲੇ ਬੋਲੇ। ਪਹਿਲਾਂ ਸਾਨੂੰ ਸਾਹਸ ਹੋਇਆ ਏਡੇ ਵੱਡੇ ਹਮਲੇ ਨੂੰ ਜੇ ਪਛਾਣ ਨੇ ਜਿੱਤਣਾ ਸਾਨੂੰ ਇਕੱਠੇ ਹੋਣਾ ਪਵੇਗਾ। ਪਹਿਲੀ ਮੀਟਿੰਗ ਭਰਾਓ ਕਿਸਾਨ ਭਵਨ, ਅਸੀਂ ਕਿਸਾਨ ਜਥੇਬੰਦੀਆਂ ਸੱਦੀਆਂ, ਉਹਦੇ 'ਚ 9 ਜਥੇਬੰਦੀਆਂ ਆਈਆਂ। 9 ਬੰਦੀਆਂ ਨੇ ਤਈਆ ਕੀਤਾ ਅੱਗੇ ਫਿਰ ਬਈਏ, ਫਿਰ ਆਲਮਗੀਰ ਬੈਠੇ, ਉੱਥੇ 14 ਹੋ ਗਏ। ਫਿਰ ਅਸੀਂ ਮੋਗੇ ਬੈਠੇ, ਉੱਥੇ 32 ਹੋ ਗਏ। ਆਪਾਂ 2 ਮਹੀਨੇ ਰੇਲਾਂ ਰੋਕੀਆਂ, ਪੰਜਾਬ ਬੰਦ ਕੀਤਾ, ਦੂਜੇ ਸੂਬਿਆਂ ਵਿੱਚ ਗਏ। ਤੇ ਜਦੋਂ ਸਾਡੇ 32 ਲੀਡਰਾਂ ਨੂੰ ਤੁਹਾਡਾ ਪਤਾ ਲੱਗ ਗਿਆ, ਵਿਸ਼ਵਾਸ ਵੱਧ ਗਿਆ ਸਾਨੂੰ ਵੀ ਇਹ ਹੁਣ ਪੰਜਾਬ ਦੇ ਲੋਕ ਦਿੱਲੀ ਜਾਣਾ ਚਾਹੁੰਦੇ ਨੇ, ਜਿੱਥੇ ਸਾਡੀ ਮੁੱਖ ਲੜਾਈ ਹੈ। ਭਰਾਓ ਉਹ ਦਿਨ ਆਇਆ 26 ਨਵੰਬਰ 2020, ਆਪਾਂ 1.5 ਲੱਖੀ ਤੁਹਾਡੇ ਪਿੰਡਾਂ ਵਿੱਚ ਸਾਰੇ ਵਰਕਰ ਛਾ ਗਏ, ਸਾਰੀਆਂ ਟ੍ਰੇਡ ਯੂਨੀਅਨਾਂ, ਸਾਰਾ ਹੀ ਤਬਕਾ, ਹਰਿਆਣੇ ਦੇ ਲੋਕ, ਮੱਧ ਪ੍ਰਦੇਸ਼ ਦੇ ਲੋਕ, ਰਾਜਸਥਾਨ ਦੇ ਲੋਕ, ਯੂਪੀ ਦੇ ਲੋਕ, ਜਿਹੜੇ ਦਿੱਲੀ ਦੇ ਆਲੇ ਦੁਆਲੇ ਸੂਬੇ ਪੈਂਦੇ ਸੀ। ਆਪਾਂ ਦਿੱਲੀ ਚੱਲੇ। ਜਦੋਂ ਚਾਲੇ ਪਾਏ, ਜੋ ਕੁਛ ਉਦੋਂ ਵਾਪਰਿਆ ਮੈਂ ਸੰਖੇਪ ਚ ਅੱਗੇ ਕੇ ਚਲਾ ਜਾਣਾ ਹੈ। ਜੋ ਵਾਪਰਿਆ ਤੁਹਾਨੂੰ ਇਹ ਮਾਣ ਜਾਂਦਾ, ਤੁਹਾਨੂੰ ਵਿਰਸੇ 'ਚ ਮਿਲੀ ਹੈ ਲੜਾਈ, ਤੁਸੀਂ ਟੱਕਰ ਲੈਂਦੇ ਹੋ, ਸਿਰ ਧੜ ਦੀ ਬਾਜੀ ਲਾ ਦਿਓ। ਤੁਸੀਂ ਹਰਿਆਣੇ ਦੇ ਮੁੱਖ ਮੰਤਰੀ ਦੀ ਹਵਾ ਬਾਹਰ ਨਿਕਲ ਗਈ, ਤੁਹਾਨੂੰ ਪੰਜਾਬ ਲੋਕ ਨਹੀਂ ਜਾਣ ਦੇਣਗੇ। ਇਸੇ ਹੀ ਗੱਲ ਨੇ ਸਾਡੀ ਜਿੱਤ, ਸਾਡੀ ਝੋਲੀ ਪਾਈ ਹੈ, ਇਸੇ ਹੀ ਗੱਲ ਨੇ। ਤੇ ਹੁਣ RSS, ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਵੱਡੀ, ਉਹਨਾਂ ਨੂੰ ਇਹ ਹਾਰ ਹਜਮ ਨਹੀਂ ਹੋ ਰਹੀ। ਉਹਨਾਂ ਨੂੰ ਪਤਾ ਹੈ ਜੇ ਸੰਯੁਕਤ ਕਿਸਾਨ ਮੋਰਚਾ ਕਾਇਮ ਰਹਿ ਗਿਆ, ਯੂਪੀ ਵੀ ਗਈ, ਦੇਸ਼ ਵੀ ਗਿਆ। ਹੁਣ ਸੰਯੁਕਤ ਕਿਸਾਨ ਮੋਰਚੇ ਉੱਤੇ ਹੱਲਾ ਉਹਨਾਂ ਬੋਲਿਆ, ਇਸ ਭਰਾਓ ਮੁੱਠ ਨੂੰ ਤੁਸੀਂ ਮੀਟ ਕੇ ਰੱਖਣਾ, ਇਸ ਮੁੱਠ ਨੂੰ ਇਹ ਐਡੀ ਤਾਕਤਵਰ ਬਣ ਗਈ
ਨਾ ਕੋਈ ਸੂਬੇ ਦੀ ਸਰਕਾਰ ਅੱਗੇ ਖੰਗੇਗੀ, ਨਾ ਦੇਸ਼ ਦੀ ਸਰਕਾਰ ਅੱਗੇ ਖੰਗੇਗੀ। ਇਸ ਤਾਕਤ ਨੂੰ ਅਗੇਰਦੇ ਸੀ। ਜੇ ਅਸੀਂ ਇਸ ਸੰਯੁਕਤ ਕਿਸਾਨ ਮੋਰਚੇ ਨੂੰ ਤੋੜ ਬੈਠੇ, ਫਿਰ ਦੁਸ਼ਮਣ ਬਦਲੇ ਲਏਗਾ। ਬਦਲੇ ਉਹ ਲਏਗਾ। ਇੱਥੇ ਪੱਤਾ ਨਹੀਂ ਹਲਣਾ। ਤੇ ਜੇ ਸਾਡੇ ਕੋਈ ਬੰਦੇ ਕਾਲੇ ਪੈ ਕੇ ਕੋਈ 2-4 ਅਸੀਂ ਸੁਪਰੀਮ ਕੋਰਟ ਵਿੱਚ ਜਾਣ ਤੋਂ ਪਿੱਛੇ ਨਹੀਂ ਹਟਾ ਗਿਆ। ਹੁਣ ਆ ਗਿਆ ਜਰਨੈਲ। ਇਹ ਦਬਾਬੇ ਦਾ ਜਰਨੈਲ ਨਹੀਂ ਹੈਗਾ, ਇਹ ਦੇਸ਼ ਦਾ ਜਰਨੈਲ ਹੈ। ਮਨਜੀਤ ਸਿੰਘ ਰਾਏ ਮੇਰਾ ਨਿਸ਼ਾਨਾ ਹੈ। ਬੈਠੋ ਰਾਏ ਸਾਹਿਬ, ਵਾਹ 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 ਵਾਹ, ਪੱਤਰਕਾਰ ਵੀ ਨਾਲ, ਸਾਰਾ ਕੁਝ ਮੇਲਾ ਹੀ ਆ ਗਿਆ ਨਾਲ। ਮੇਰਾ ਨਿਸ਼ਾਨਾ ਸੀ ਵੀ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਤ ਦੇ ਨਾਲ ਨਵੀਂ ਲੀਡਰਸ਼ਿਪ ਕਿਸਾਨਾਂ ਨੂੰ ਦਿੱਤੀ ਜਾਏ। ਨਵੀਂ ਲੀਡਰਸ਼ਿਪ, ਜਗ ਲੀਡਰ ਅਸੀਂ ਪੈਦਾ ਕੀਤੇ ਨੇ। ਇਹਨਾਂ ਜਗ ਲੀਡਰਾਂ ਦੇ ਮੋਢੇ ਉੱਤੇ ਅਸੀਂ ਆਰਥਿਕ ਇਨਸਾਫ ਦੀ, ਆਰਥਿਕ ਆਜ਼ਾਦੀ ਦੀ ਲੜਾਈ ਸ਼ੁਰੂ ਕਰਨ ਲੱਗੇ ਆ। ਸੋ ਮੈਂ ਹੁਣ ਤਾਂ ਬੁਲਾਰੇ ਹੀ ਬਹੁਤ ਆ ਗਏ। ਮੈਂ ਤਾਂ ਬੁੱਢਾ ਬਾਬਾ, ਮੈਂ ਉਹਨੇ ਨਾ ਨੌਜਵਾਨਾਂ ਨੂੰ ਜਦੋਂ ਅੱਗੇ ਲਾਇਆ। ਮੈਂ ਦਿੱਲੀ ਮੋਰਚੇ ਦੇ ਉੱਤੇ ਬਹੁਤ ਘੱਟ ਬੋਲਦਾ ਸੀ। ਨਾ ਬੋਲਣ ਦਾ ਕਾਰਨ ਸੀ ਮੈਂ ਨੌਜਵਾਨ ਗੱਭਰੂਆਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ ਸੀ। ਮੇਰੀ ਮਨ ਦੀ ਤਮੰਨਾ ਪੂਰੀ ਹੋ ਗਈ। ਪੰਜਾਬ ਦੇ ਵਿੱਚੋਂ 14 ਲੀਡਰ ਨੌਜਵਾਨ ਉੱਥੋਂ ਉੱਭਰ ਕੇ ਆਏ ਨੇ। 14 ਲੀਡਰ ਤੇ 14 ਬੁੱਢੇ ਛੁੱਟੀ ਤੇ ਜਾ ਰਹੇ ਨੇ ਮੇਰੇ ਵਰਗੇ। ਛੁੱਟੀ ਤੇ ਜਾਣਾ ਕੋਈ ਪਾਪ ਹੈ? ਹੁਣ 82 ਸਾਲ ਦੀ ਉਮਰ ਹੈਗੀ। ਇਹਨਾਂ ਦੀ ਪਿੱਠ ਤੇ ਰਵਾਂਗੇ, ਇਹਨਾਂ ਦੇ ਸਲਾਹ ਕਰ ਰਵਾਂਗੇ, ਪਰ ਅੱਗੇ ਲੱਗਣਗੇ। ਸਾਡਾ ਠੇਕਾ ਲੈ ਅੱਗੇ ਲੱਗ ਕੇ ਸਿਰ ਪੜਵਾਈਏ। ਇਹ ਨੌਜਵਾਨ ਦੋ ਮਾਰਨਗੇ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਸੰਯੁਕਤ ਕਿਸਾਨ ਮੋਰਚਾ। ਮਾਣਯੋਗ ਬਾਪੂ ਜੀ ਸਰਦਾਰ ਸਤਨਾਮ ਸਿੰਘ ਜੀ ਬਹਿਰੂ ਸਾਹਿਬ, ਉਹਨਾਂ ਦਾ ਉਹਨਾਂ ਦੇ ਨਾਲ ਆਕੜ ਸਾਹਿਬ। ਬੋਲੇ ਸੋ ਨਿਹਾਲ, ਨਿਹਾਲ। ਧੰਨਵਾਦ। ਅਸੀਂ ਜੀ ਆਇਆਂ ਕਹਿੰਦੇ ਆ। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵਧਾਈ ਦੇ ਪਾਤਰ ਹੋ। ਵੱਡੀ ਜਿੱਤ ਕੀਤੀ ਹੈ। ਇਹ ਤੁਹਾਡੀ ਕੁਰਬਾਨੀ ਸਦਕਾ ਹੀ ਜਿੱਤ ਪ੍ਰਾਪਤ ਹੋਈ ਹੈ। ਇਹ ਸਾਰਾ ਉਪਰਾਲਾ ਜੋ ਹੁਣ ਤੱਕ ਚੱਲ ਰਿਹਾ ਸੀ, ਚਾਹੇ ਉਹ 1.25 ਸਾਲ ਅੰਦੋਲਨ ਚੱਲਿਆ, ਇਸ ਦੇ ਵਿੱਚ ਮੈਂ ਇਹ ਕਹਾਂਗਾ ਕਿ ਕਿਸੇ ਦਾ ਵੀ ਘੱਟ ਯੋਗਦਾਨ ਨਹੀਂ, ਸਭ ਦਾ ਇੱਕ ਦੂਜੇ ਤੋਂ ਵੱਧ ਕੇ ਯੋਗਦਾਨ ਹੈ। ਉਹ ਚਾਹੇ ਬੇਸ਼ੱਕ ਅੰਦੋਲਨ 'ਚ ਸਾਥੀ ਉੱਥੇ ਗਏ ਨੇ, ਚਾਹੇ ਇੱਥੋਂ ਸਾਥੀਆਂ ਨੇ ਰਸਤਾਂ ਵਸਤਾਂ ਇਕੱਠੀਆਂ ਕਰਕੇ ਭੇਜੀਆਂ ਨੇ, ਚਾਹੇ ਸਾਡੀਆਂ ਭੈਣਾਂ ਨੇ ਭਰਾਵਾਂ ਨੂੰ ਥਾਪੜਾ ਦੇ ਕੇ ਭੇਜਿਆ, ਚਾਹੇ ਗੁਰੂ ਘਰਾਂ 'ਚ ਜਾ ਕੇ ਹਰ ਗੁਰੂ ਘਰ ਦੇ ਵਿੱਚ, ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ, ਚਰਚ, ਹਰ ਜਗ੍ਹਾ ਅਰਦਾਸਾਂ ਕੀਤੀਆਂ ਨੇ। ਉਹਨਾਂ ਦਾ ਵੀ ਓਡਾ ਹੀ ਯੋਗਦਾਨ ਹੈ ਜਿਹੜੇ ਸਵੇਰ ਉੱਠ ਕੇ ਜਾ ਕੇ ਹਰ ਰੋਜ਼ ਅਰਦਾਸਾਂ ਕਰਿਆ ਕਰਦੇ ਸਨ ਕਿ ਹੇ ਵਾਹਿਗੁਰੂ, ਹੇ ਅਕਾਲ ਪੁਰਖ, ਇਸ ਅੰਦੋਲਨ ਦੀ ਜਿੱਤ ਹੋਣੀ ਚਾਹੀਦੀ ਹੈ। ਸੋ ਉਹ ਅਰਦਾਸਾਂ ਨੂੰ ਬੂਰ ਪਿਆ। ਉਹਨਾਂ ਅਰਦਾਸਾਂ ਸਦਕਾ ਹੀ ਉਸ ਮਾਲਕ ਦੀ, ਉਸ ਅਕਾਲ ਪੁਰਖ ਦੀ ਰਹਿਮਤ ਹੋਈ ਹੈ। ਇਹ ਰਹਿਮਤ ਸਦਕਾ ਹੀ ਜਿੱਤ ਹੋਈ ਹੈ। ਠੀਕ ਹੈ, ਮੇਰਾ ਭਰਾ ਬਿੱਟੂ ਪਿਆਰ ਹੈ। ਉਹ ਕਹਿੰਦੇ ਨੇ ਜਰਨੈਲ, ਮੈਂ ਕਹਾਂਗਾ ਕੋਈ ਜਰਵਾਂਗਾ। ਤੁਹਾਡੇ ਇਲਾਕੇ ਨੇ ਵੀ ਜਦੋਂ ਮੈਨੂੰ ਬਿੱਟੂ ਭਾ ਨੇ ਫੋਨ ਕੀਤਾ, ਜਦੋਂ ਇੱਥੋਂ ਕਣਕ ਲੈ ਕੇ ਗਏ 1100 ਕੁਆਂਟਲ, ਕਿੰਨੀ ਸੀਗੀ? 1350 ਕੁਆਂਟਲ। ਤੇ ਮੈਂ ਕੁਦਰਤੀ ਉਸ ਦਿਨ ਕੋਈ ਜ਼ਰੂਰੀ ਕੰਮ ਗਿਆ ਹੋਇਆ ਸੀਗਾ, ਨਹੀਂ ਸੀਗਾ ਉੱਥੇ, ਸ਼ਾਇਦ ਮੈਂ ਰਾਜਸਥਾਨ ਹੋਵਾਂਗਾ, ਮੈਨੂੰ ਹੁਣ ਯਾਦ ਨਹੀਂ ਪੂਰਾ। ਤਾਂ ਮੈਂ ਸਾਡੇ ਸਕੱਤਰ ਸਾਹਿਬ ਸੀਗੇ, ਸਾਨੀ ਸਾਹਿਬ, ਉਹਨਾਂ ਨੂੰ ਮੈਂ ਕਿਹਾ ਕਿ ਬਿੱਟੂ ਭਾਜੀ ਆਏ ਨੇ, ਤੁਸੀਂ ਜਾ ਕੇ ਆਓ। ਤੇ ਉੱਥੇ ਗੋਲਡਨ ਹੱਟ ਤੇ ਉਹ ਵੀ ਗਏ ਇਹਨਾਂ ਦੇ ਪਾਸ। ਸੋ ਇਹ ਹਰ ਇੱਕ ਦਾ ਯੋਗਦਾਨ ਮੈਂ ਤੇ ਨੌਜਵਾਨ ਕਹਿੰਦੇ ਅਸੀਂ ਤੋੜ ਦੇਣਾ। ਮੈਂ ਕਿਹਾ ਤੋੜ ਲਓਗੇ? ਕਹਿੰਦੇ ਤੋੜ ਦੇਣਾ। ਮੈਂ ਤੋੜ ਦਿਓ, ਫਿਰ ਕੋਈ ਗੱਲ ਨਹੀਂ, ਦੇਖ ਲਾਂਗੇ। ਉੱਥੋਂ ਮਾਲਕ ਦੀ ਕਿਰਪਾ ਹੋਈ, ਮੋਰੇ ਗੱਡੀ ਚ ਲੱਗੇ, ਨਾਲ ਗਏ ਸਾਰੇ ਬਾਰਡਰ ਤੋੜਦੇ ਤੁਰ ਤੱਕ।
मैं कोई वडियाई नहीं करता अपनी, मैं निमाणा जिहा सेवक हाँ। सारे 32 ਦੇ 32 शेर सन, पर मैं दसना चाहुंदा है कि जदों जाके ਸਿੰਘੂ ते रोकिया तो सब तो पहला मैं ही पहुंचा सी उत्थे। ते जदों शंभू तोड़िया तो मेरे सियाने बजुर्ग आगू कहंदे भई तैनूं भाई क्या सीगा भी जिथे रोकू पुलिस उत्थे रुक जाना है, ते तू भी नाल रल गया मुंडियां दे, इन्हां नूं रोकू कौन? ते मैं इक्को गल आखी सी, मैं कहा इन्हां दी नब्ज नूं पछाणो, जदों इन्हां दी नब्ज नूं पछाण लोगे तुहाडा अखां मनणगे, जिथे रोकोगे उत्थे रुकणगे। और इसे ये ओदी किरपा है, ओदी रहमत है कि उन्हें हुण तिकर, मैं तो बहुत स्टेजां तो यह भी कहा कि अंदोलन खड़ा होना भी ओदी ही कला है। जदों जदों हुक्मरान हंकारी होए ने, देश दे राजा हंकारी होए ने, उदों उदों वाहिगुरू अकाल पुरख आप आके खलो गया। इस बार तुहाडे विच आके खलो गया सी, क्योंकि नरेंद्र मोदी जिहड़ा है हंकारी हो गया सी कि जिन्ने हुण तक हुक्म दिते, जिन्ने ऑर्डर पास किए, जिन्ने कानून बनाए, कोई नहीं खलोया मोरे, ना इन्हें खण दिता। पर इनू पता नहीं सी मैं हुण किहनां नाल वाह पा रहा, भुलेखे सीगा। फिर वो इन्हां दा जिहड़ा भुलेखा सी, वो भुलेखा फिर सत्यपाल मलिक ने कढ़िया। असीं ओहदे भी ऋणी आ जिहड़ा विच बह के परिवार दे, क्योंकि वो बीजेपी परिवार का मैंबर है, विच बह के परिवार दे उन्हें इन्हां नूं कोसिया, इन्हां नूं समझाया कि भाई ये वो ने जिन्हां ने जनरल एडवायर नूं जाके लंडन टाया, ये वो ने जिन्हें बीबी इंदिरा गांधी नूं पहले आवास कराता सी ते पहले हवन कराउण लग पई सी बीबी कि इन्हां ने हुण मैनूं छड्डना नहीं। ये वो ने जिन्हां ने जनरल वैद्या जाके ढाया पुणे। इन्हां नाल पंगा ना पावी, इन्हां ते बल प्रयोग ना करी। ये 300 मैं कहांगा अकाल पुरख की किरपा हुई है सारियां दा। शर्मा जी बैठे ने, मैं ये भी बेबाक बोलते ने, बोलन गए, मैं तां बिट्टू भाजी नूं कह के पहला समा मंगिया, अपनी मीटिंग चलती है उत्ते उधर साडे सकत्तर साहब गए हुए ने, मैं भी चाहुंदा जाके मर्जी हाज़री लवा ला, इस करके पहला समा मंगिया सी। माफ़ी चाहांगा तुहाडे कोल सारियां कोलों, सारी कमेटी कोलों। मैं फिर एक बार हाज़री लवाना सारियां वालों, डलेवाल साहब वालों, राजेवाल साहब वालों, हरमीत सिंह काटियां वालों और जंगवीर सिंह चौहान मेरा छोटा वीर, उन्हें भी आना सी, उन्हां वालों। जे कोई होर साथी का नाम रह गया होवे ते खिमा दा जज होवांगा। गज के बुलाओ लास्ट दे विच वाहिगुरू जी का खालसा, वाहिगुरू जी की फतेह। भाई ढिल्ली जी फतेह नहीं, मजा नहीं आता। मैं अगे भी स्टेज तो कहना हुंदा, इस फतेह नहीं फतेह दवाई है ते फतेह दा गूंजनी चाहिए पूरी। फिर बुलाओ एक बारी, वाहिगुरू जी का खालसा, वाहिगुरू जी की फतेह। मानयोग मनजीत सिंह जी राय साहब, प्रधान भारतीय किसान यूनियन दुआबा, उन्होंने सन्मान होने जा रहा है। बोले सो निहाल। राय साहब कहते गज के फतेह बुलाओ। मैं कह दिया करदा, जेड़ा बुलाउंदा गज के फतेह उन्होंने मिलती है भज के फतेह, जेड़ा बुलाउंदा ढिल्ली फतेह उन्होंने नहीं कदे मिली फतेह। राम सिंह राणा बारिश दरबार साहब ਅੰਮ੍ਰਿਤਸਰ ਜਾਣਾ ਸੀ ਅੱਜ, ਇਹਨਾਂ ਨੂੰ ਬੇਨਤੀ ਕੀਤੀ ਹਿੱਸਾ ਹੈ। ਸਵੇਰ ਨੂੰ ਹੁਣ ਜ਼ਿਆਦਾ ਇਕੱਠ ਵੱਧ ਗਿਆ, ਦੇਖੋ मोर्चे का हिस्सा है और आल इंडिया की जथेबंदी 1937 ਦੇ ਵਿੱਚ ਬਣੀ ਸਭ ਤੋਂ ਪੁਰਾਣੀ ਕਿਸਾਨਾਂ ਦੀ ਜਥੇਬੰਦੀ, ਔਰ ਉਹ ਜਥੇਬੰਦੀ ਜਿਸ ਨੇ 1991 ਦੇ ਵਿੱਚ ਆਈਆਂ ਇਹ ਮਾੜੀਆਂ ਨੀਤੀਆਂ ਦੀਆਂ ਪ੍ਰਪੋਜ਼ਲਸ ਉਸ ਦਾ ਵਿਰੋਧ ਉਦੋਂ ਤੋਂ ਸ਼ੁਰੂ ਕੀਤਾ। ਲੜਾਈ ਜਾਰੀ ਰੱਖੀ, ਲੜਦੇ ਆ ਰਹੇ ਸੀ। ਆਵੇਂ ਕੁਝ ਜਥੇਬੰਦੀਆਂ ਉਸ ਵੇਲੇ ਇਹਨਾਂ ਤਜਵੀਜ਼ਾਂ ਦੇ ਹੱਕ ਵਿੱਚ ਵੀ ਲਿਖਦੀਆਂ ਰਹੀਆਂ, ਪਰ ਅਸੀਂ ਡਟ ਕੇ ਲੜਦੇ ਰਹੇ। ਉਹ ਗੱਲ ਵੱਖਰੀ ਹੈ, ਸਾਡੀ ਆਵਾਜ਼ ਕਿੱਥੇ ਤੱਕ ਗਈ, ਲੋਕਾਂ ਨੇ ਕਿੰਨਾ ਕੁ ਸਾਥ ਦਿੱਤਾ। ਬਾਕੀ ਮੋਦੀ ਨੇ ਲਿਆਂਦੇ ਕਾਲੇ ਕਾਨੂੰਨ, ਇਹ ਮੋਦੀ ਦੀ ਨੀਤ ਸਾਫ਼ ਕਰਦੇ ਨੇ
ਕਿ ਮੋਦੀ ਨੂੰ ਚਲਾਉਣ ਵਾਲੀ ਆਰਐਸਐਸ ਮੋਦੀ ਦਾ ਵੋਟ, ਮੋਦੀ ਸਰਕਾਰ ਦਾ ਵੋਟ ਆਰਐਸਐਸ ਕੋਲੇ ਹੈ। ਆਰਐਸਐਸ ਜੋ ਕਹਿੰਦੀ ਆ ਉਹ ਕਰਦਾ ਹੈ। 1914 ਦੇ ਵਿੱਚ ਬਣਿਆ ਪ੍ਰਧਾਨ ਮੰਤਰੀ ਜਦੋਂ ਮੋਦੀ, उसने सबको पहला फैसला, वो समय अब भी सोचता हूँ तो सोचता हूँ यार मोर्चा भी लंबा चलना चाहिए था, ये तो जल्दी है। चलो जो हुआ अच्छा हुआ, परमात्मा ने सुनी। उस गुरु महाराज ने गुरु पर्व वाले दिन मोदी साहब को सद्बुद्धि दी और उन्होंने पूरे किसान कौम की, पूरे के भाईचारे की एक मान दे गया। सबसे बड़ी बात है, अब हर भाई कंफ्यूज हो रहा था भाई अब क्या होगा, लेकिन उस परमात्मा की जो लीला हुई वो सबने देखी और उस लीला के चलते हुए मोर्चा फतेह हुआ। और ये हमारी इतनी बड़ी जीत है जिसके सामने कुछ भी कीमत रखते तो पूरी नहीं हो सकती थी, लेकिन वो करने वाला परमात्मा दाता है जिसने एक झटके में दिमाग पलटा और पूरे जो कुछ भी नहीं मानने के लिए तैयार थे वो सारी कंडीशनों को मानने के लिए तैयार हुए। और हमारे संयुक्त मोर्चे ने और पूरे किसान समाज ने जो डटकर मुकाबला किया है उसके वो काबिले तारीफ है। और मैं सभी भाइयों से एक ही बात कहूँगा, सिर्फ हमने इस मोर्चे को जो फतेह किया है ये हमने ऐसे नहीं मिला है, इसके लिए हमने बड़ा जान माल की हानि की है। तो इससे हमने खोया बहुत कुछ है, लेकिन एक चीज़ कमाई है, वो है भाईचारा, वो है हरियाणा पंजाब का भाईचारा, वो है एक सिख हिंदू का भाईचारा, वो है एक सर्व समाज का भाईचारा। तो हमने इस भाईचारे को बना के रखना है और इस भाईचारे के लिए हमने ऐसे ही आने वाले 100-200 साल तक अगर हम बनाए रखें तो कोई भी सरकार कानून लाना तो बहुत दूर है, सोचने की हिम्मत नहीं करेगी 100-200 साल तक भाई यहाँ दोबारा कोई कानून लाने की सोचे। तो मैं ज़्यादा समय न लेते हुए आपसे क्षमा चाहता हूँ और एक बार और फतेह किसान साझी करेंगे। वाहिगुरु जी का खालसा तो वाहिगुरु जी की फतेह। ਇਹ ਸਨ ਰਾਣਾ ਜੀ, ਅਸੀਂ ਤੁਹਾਨੂੰ ਬਹੁਤ ਤਕਲੀਫ ਦਿੱਤੀ ਹੈ, ਬਹੁਤ ਜ਼ਿਆਦਾ। ਤੁਸੀਂ ਮੈਨੂੰ ਪਤਾ ਬਿਜ਼ੀ ਹੋ, ਪਰ ਅਸੀਂ ਤੁਹਾਡੇ ਬਹੁਤ ਰਿਣੀ ਆ। ਇੱਕ ਇੱਕ ਬੱਚਾ ਤੁਹਾਡਾ ਰਿਣੀ ਹੈ, ਜਿਹੜੀ ਤੁਸੀਂ ਸੇਵਾ ਕੀਤੀ ਹੈ। ਇਹ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ, ਕੋਈ ਸੇਵਾ ਨਹੀਂ ਹੋ ਸਕਦੀ। ਇੱਕ ਜ਼ੋਰਦਾਰ ਹੁਣ ਤਾੜੀ ਲਾਓ ਰਾਣਾ ਜੀ ਦੇ ਨਾਂ ਤੇ ਪਲੀਜ਼, ਬੇਨਤੀ ਹੈ। ਸਤਿ ਸ੍ਰੀ ਅਕਾਲ। ਬੜਾ ਟਾਈਮ ਸਾਡੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਤੋਂ, ਏਕਤਾ ਡਕੌਂਦਾ ਤੋਂ ਸਰਦਾਰ ਸਰਦਾਰ ਬਲਦੇਵ ਸਿੰਘ ਜੀ ਭਾਈ ਰੂਪਾ, ਜ਼ਿਲ੍ਹਾ ਪ੍ਰਧਾਨ ਬਠਿੰਡਾ ਅਤੇ ਸੂਬਾ ਕਮੇਟੀ ਮੈਂਬਰ ਪੰਜਾਬ, ਉਹ ਪਹੁੰਚੇ ਹੈ। ਸਵਰਨ ਸਿੰਘ ਜੀ ਬਲਾਕ ਪ੍ਰਧਾਨ ਫੂਲ। ਸੋ ਇਸ ਲਈ ਜਦੋਂ ਤੁਹਾਡੇ ਦਰਾਂ ਤੇ ਆਉਣ ਤਾਂ ਉਹਨਾਂ ਮੂਰੇ ਸਵਾਲ ਰੱਖਿਓ ਕਿ ਕਿੱਥੇ ਹੈ ਰੁਜ਼ਗਾਰ, ਕਿਉਂ ਨਹੀਂ ਮਿਲਿਆ, ਸਾਨੂੰ ਝੂਠੇ ਲਾਰੇ, ਸਾਨੂੰ ਹੁਣ ਆਪਾਂ ਚਾਹ ਪੀਣ ਲੱਗੇ ਆ। ਇੱਧਰ ਨਾਲ ਜਿਵੇਂ ਦਿਖਾਇਆ ਤੁਹਾਨੂੰ ਪਹਿਲਾਂ ਲੰਗਰ ਚੱਲ ਰਿਹਾ ਚਾਹ ਦਾ। ਠੰਡ ਹੋ ਗਈ ਨਾ ਹੁਣ, ਵਧੀਆ ਚਾਹ ਦਾ ਲੰਗਰ ਚੱਲ ਰਿਹਾ ਤੇ ਸਾਰੇ ਵੀ ਛਕ ਰਹੇ ਨੇ। ਤੇ ਉਧਰੋਂ ਆਪਾਂ ਸੁਣ ਕੇ ਆਏ ਆ ਬੁਲਾਰੇ ਬੋਲੇ ਤੇ ਤੁਸੀਂ ਵੀ ਦੇਖਿਆ ਵਲੌਗ। ਬਾਕੀ ਹੁਣ ਆਪਾਂ ਜਾਵਾਂਗੇ ਘਰ ਨੂੰ, ਸ਼ਾਮ ਦਾ ਹੋ ਗਿਆ ਟਾਈਮ, ਤਕਰੀਬਨ 4 ਵਜਣ ਵਾਲੇ ਨੇ। ਠੀਕ ਆ ਬਾਈ, ਤੇ ਘਰੇ ਜਾ ਕੇ ਮਿਲਦੇ ਆ, ਚਾਹ ਪੀ ਲਈਏ। ਠੀਕ ਹੈ, ਚਲੋ ਠੀਕ ਹੈ, ਓਕੇ। ਦੇਖਿਆ ਤੁਸੀਂ ਸਾਰਾ ਪ੍ਰੋਗਰਾਮ, ਠੀਕ ਹੈ। ਉਹ ਪਿੱਛੇ ਸਪੀਕਰ ਲੱਗੇ ਹੋਏ ਨੇ ਨਾ, ਬੁਲਾਰੇ ਬੋਲ ਰਹੇ ਨੇ, ਉਹਦੇ ਕਰਕੇ ਆਵਾਜ਼ ਘੱਟ ਸੁਣਦੀ ਹੋਊਗੀ ਤੁਹਾਨੂੰ। ਇਹ ਮੰਡੀ 'ਚ ਆਪਣੇ ਵੱਲੋਂ ਪ੍ਰੋਗਰਾਮ ਸਾਰਾ ਦੇਖੋ, ਦਿੱਲੀ ਦੇ ਬਾਰਡਰਾਂ ਦੇ ਉੱਤੇ। ਮੈਂ ਦੂਰ ਆ ਗਿਆ ਥੋੜਾ ਜਿਹਾ, ਤਾਂ ਕਰਕੇ ਉਧਰੋਂ ਘੱਟ ਦਿਖਦਾ। ਮੈਂ ਕਿਹਾ ਦੂਰ ਆ ਕੇ ਕਰਦੇ ਆ ਗੱਲਾਂ ਤੁਹਾਡੇ ਨਾਲ। ਤੇ ਘੰਟਾ 1.5 ਘੰਟਾ ਬਹਿ ਗਏ ਆਪਾਂ ਉਰੇ, ਤੇ ਵਧੀਆ ਸਾਰਾ ਬੁਲਾਰਿਆਂ ਤੋਂ ਸੁਣਿਆ। ਠੀਕ ਆ,